हाँ जी, सत श्री अकाल सारिਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫੇਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ। ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਸਮਰਾਈਜ਼ ਰਿਟਨ ਟੈਕਸਟ ਹੈ ਪਾਰਟ 1। ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਡਿਸਕਸ ਕੀਤਾ ਸੀਗਾ ਕਿ ਜਿਹੜਾ ਸਪੀਕਿੰਗ ਤੇ ਰਾਈਟਿੰਗ ਸੈਕਸ਼ਨ ਹੈ ਉਹਦੇ ਵਿੱਚ ਜਿਹੜੇ ਕੁਐਸਚਨਸ ਨੇ ਉਹ ਕੰਬਾਈਨ ਹੁੰਦੇ ਨੇ ਤੇ ਉਹਨਾਂ ਦਾ ਟਾਈਮ ਪੀਰੀਅਡ ਵੀ ਕੰਬਾਈਨ ਹੁੰਦਾ ਹੈ। ਤੇ ਟਾਈਮ ਪੀਰੀਅਡ ਜਿਹੜਾ ਵੇਰੀ ਕਰਦਾ ਉਹ 54 ਟੂ 67 ਮਿੰਟਸ ਦੇ ਵਿੱਚ ਵੇਰੀ ਕਰਦਾ ਹੈ। ਬਟ ਰਾਈਟਿੰਗ ਸੈਕਸ਼ਨ ਦੇ ਦੋ ਹੀ ਕੁਐਸਚਨਸ ਹੁੰਦੇ ਨੇ, ਸਮਰਾਈਜ਼ ਰਿਟਨ ਟੈਕਸਟ ਐਂਡ ਰਾਈਟ ਐਨ ਐਸੇ। ਉਹਨਾਂ ਦੋਨਾਂ ਕੁਐਸਚਨਸ ਦੇ ਵਿੱਚ ਨੰਬਰ ਆਫ ਕੁਐਸਚਨਸ ਤੁਹਾਨੂੰ ਕਿੰਨੇ ਆਉਂਦੇ ਨੇ ਉਹ ਵੇਰੀ ਕਰ ਸਕਦੇ ਨੇ ਤੇ ਉਹਦੇ ਅਕੋਰਡਿੰਗ ਜਿਹੜਾ ਤੁਹਾਡਾ ਟਾਈਮ ਪੀਰੀਅਡ ਹੈ ਉਹ ਵੀ ਵੇਰੀ ਕਰੇਗਾ। ਤੇ ਅੱਜ ਆਪਾਂ ਡਿਸਕਸ ਕਰਾਂਗੇ ਕਿ ਐਕਚੁਅਲ 'ਚ ਜਿਹੜਾ ਸਮਰਾਈਜ਼ ਰਿਟਨ ਟੈਕਸਟ ਹੈ ਉਹ ਹੈ ਕੀ ਹੈ। ਫਸਟ ਹੈ ਜਿਹੜਾ ਸਮਰਾਈਜ਼ ਰਿਟਨ ਟੈਕਸਟ ਹੈ ਉਹ ਫਸਟ ਮੋਡਿਊਲ ਹੈ ਰਾਈਟਿੰਗ ਸੈਕਸ਼ਨ ਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਹੀ ਮੋਡਿਊਲਸ ਨੇ, ਬਟ ਫਸਟ ਜਿਹੜਾ ਆਏਗਾ ਉਹ ਸਮਰਾਈਜ਼ ਰਿਟਨ ਟੈਕਸਟ ਆਏਗਾ ਐਂਡ ਇਟ ਕੰਟਰੀਬਿਊਟ ਇਨ ਰਾਈਟਿੰਗ ਐਂਡ ਰੀਡਿੰਗ ਸੈਕਸ਼ਨ ਆਲਸੋ। ਇਹਦੀ ਜਿਹੜੀ ਕੰਟਰੀਬਿਊਸ਼ਨ ਰਹੇਗੀ ਉਹ ਤੁਹਾਡੀ ਰਾਈਟਿੰਗ ਦੇ ਵਿੱਚ ਵੀ ਰਹੇਗੀ ਤੇ ਰੀਡਿੰਗ ਦੇ ਵਿੱਚ ਵੀ ਰਹੇਗੀ। ਸੋ ਤੁਸੀਂ ਇਸ ਜਿਹੜਾ ਕੁਐਸਚਨ ਹੈ ਇਹ ਤੁਹਾਡੇ ਐਕਚੁਅਲ 'ਚ ਫ੍ਰੀ ਦੇ ਮਾਰਕਸ ਨੇ, ਕਿਉਂਕਿ ਐਸ ਸੱਚ ਤੁਸੀਂ ਆਪਣੇ ਕੋਲੋਂ ਕੁਝ ਵੀ ਐਡ ਨਹੀਂ ਕਰਨਾ। ਜੋ ਤੁਹਾਨੂੰ ਪੈਰਾਗ੍ਰਾਫ ਗਿਵਨ ਹੈਗਾ ਉਹਦੇ ਵਿੱਚ ਹੀ ਤੁਸੀਂ ਸਮਝ ਕੇ ਉਸਨੂੰ ਲਿਖਣਾ ਹੈ। ਸੋ ਇਹ ਤੁਹਾਨੂੰ ਰੀਡਿੰਗ ਨੂੰ ਵੀ ਕੰਟਰੀਬਿਊਟ ਕਰ ਰਿਹਾ ਹੈ। ਕੁਝ ਬੱਚਿਆਂ ਨੂੰ ਰੀਡਿੰਗ ਸੈਕਸ਼ਨ 'ਚ ਪ੍ਰੋਬਲਮ ਆਉਂਦੀ ਹੈ, ਸੋ ਉਹਨਾਂ ਨੇ ਇਸ ਚੀਜ਼ ਤੇ ਜ਼ਿਆਦਾ ਫੋਕਸ ਕਰਨਾ ਹੈ ਕਿ ਉਹਨਾਂ ਦੇ ਸਮਰਾਈਜ਼ ਰਿਟਨ ਟੈਕਸਟ ਦੇ ਵਿੱਚ ਫੁੱਲ ਮਾਰਕਸ ਆਉਣ। ਐਂਡ ਇਟ ਵਿਲ ਕੰਟਰੀਬਿਊਟ 10 ਮਾਰਕਸ ਇਨ ਰਾਈਟਿੰਗ ਐਂਡ 10 ਮਾਰਕਸ ਇਨ ਰੀਡਿੰਗ। ਮੀਨਸ ਟੋਟਲ 20 ਮਾਰਕਸ ਦੀ ਕੰਟਰੀਬਿਊਸ਼ਨ ਰਹੇਗੀ। 10 ਰਾਈਟਿੰਗ ਦੇ ਵਿੱਚ ਕੰਟਰੀਬਿਊਟ ਕਰੇਗਾ ਤੇ 10 ਰੀਡਿੰਗ ਦੇ ਵਿੱਚ ਕਰੇਗਾ। ਐਂਡ ਦਿਸ ਇਜ਼ ਅ ਸਿੰਪਲ ਟਾਸਕ। ਇਹਦੇ ਵਿੱਚ ਕੁਝ ਜ਼ਿਆਦਾ ਤੁਹਾਨੂੰ ਯਾਦ ਰੱਖਣ ਦੀ ਤਾਂ ਲੋੜ ਹੀ ਨਹੀਂ ਹੈਗੀ, ਕਿਉਂਕਿ ਜੋ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਤੁਸੀਂ ਉਸੀ ਦੇ ਅਕੋਰਡਿੰਗ ਪੈਰਾਗ੍ਰਾਫ ਨੂੰ ਸਮਰਾਈਜ਼ ਕਰਨਾ ਹੈ ਆਪਣੇ ਵਰਡਸ ਦੇ ਵਿੱਚ। and you will get 1 to 2 questions in the final exam। ਤੁਹਾਨੂੰ ਫਾਈਨਲ ਦੇ ਵਿੱਚ ਇੱਕ ਤੋਂ ਦੋ ਕੁਐਸਚਨਸ ਹੀ ਆਉਣਗੇ। ਡਿਪੈਂਡ ਕਰਦਾ ਹੈ ਕਿ ਤੁਹਾਨੂੰ ਐਸੇ ਦੋ ਆ ਰਹੇ ਹੈ ਜਾਂ ਸਮਰਾਈਜ਼ ਰਿਟਨ ਟੈਕਸਟ ਆ ਰਹੇ ਹੈ, ਬਟ ਐਕਚੁਅਲ 'ਚ ਇਹਦੇ ਦੋ ਕੁਐਸਚਨਸ ਹੀ ਆਉਂਦੇ ਨੇ ਫਾਈਨਲ ਦੇ ਵਿੱਚ। ਤੇ ਮਤਲਬ ਇਹਦੇ 'ਚ ਕੁਝ ਜ਼ਿਆਦਾ ਤੁਹਾਨੂੰ ਸੋਚਣਾ ਨਹੀਂ ਹੈਗਾ। ਜੋ ਵੀ ਤੁਹਾਨੂੰ ਪੈਰਾਗ੍ਰਾਫ ਆਏਗਾ ਤੁਸੀਂ ਉਸੀ ਦੇ ਅਕੋਰਡਿੰਗ ਕੁਐਸਚਨ ਨੂੰ ਅਟੈਂਪਟ ਕਰਨਾ ਹੈ ਐਂਡ ਯੋਰ ਸਕੋਰ ਵਿਲ ਬੀ evaluated based on your vocabulary, grammar, form and content। ਜਿਹੜੀ ਇਹਦੀ ਇਵੈਲੂਏਸ਼ਨ ਹੋਏਗੀ ਸਕੋਰਸ ਦੀ ਉਹ ਕਿਸੇ ਇੱਕ ਪੁਆਇੰਟ ਤੇ ਨਹੀਂ ਹੋਏਗੀ ਕਿ ਤੁਸੀਂ ਕਿੰਨਾ ਵਧੀਆ ਪੈਰਾਗ੍ਰਾਫ ਲਿਖਿਆ ਹੈ। ਉਹਦੀ ਜਿਹੜੀ ਇਵੈਲੂਏਸ਼ਨ ਹੋਏਗੀ ਉਹ ਵੋਕੈਬਲਰੀ ਤੇ ਡਿਪੈਂਡ ਕਰੇਗੀ, ਗ੍ਰਾਮਰ, ਫਾਰਮ ਐਂਡ ਕੰਟੈਂਟ। ਵੋਕੈਬਲਰੀ ਦੇ 2 ਪੁਆਇੰਟਸ ਹੋਣਗੇ, ਗ੍ਰਾਮਰ ਦੇ 2 ਪੁਆਇੰਟਸ ਹੋਣਗੇ, ਫਾਰਮ ਦੇ 2 ਪੁਆਇੰਟਸ ਹੈ ਐਂਡ ਕੰਟੈਂਟ ਦੇ 2 ਪੁਆਇੰਟਸ ਹੈ। ਅੱਗੇ ਮੈਂ ਡਿਸਕਸ ਕਰਦੀ ਹਾਂ ਕਿ ਐਕਚੁਅਲ 'ਚ ਵੋਕੈਬਲਰੀ, ਗ੍ਰਾਮਰ, ਫਾਰਮ ਤੇ ਕੰਟੈਂਟ ਹੈ ਕੀ ਹੈ। ਤੇ ਸਭ ਤੋਂ ਪਹਿਲਾਂ ਆਉਂਦਾ ਵੋਕੈਬਲਰੀ। ਤੁਸੀਂ ਵੋਕੈਬਲਰੀ 'ਚ ਫੋਕਸ ਕਰਨਾ ਕਿ ਤੁਹਾਡੇ 2 ਪੁਆਇੰਟਸ ਆਉਣ। ਵੈਸੇ ਤਾਂ ਤੁਸੀਂ ਹਰ ਚੀਜ਼ 'ਚ ਹੀ ਫੋਕਸ ਕਰਨਾ ਕਿ ਤੁਹਾਡੇ 2 ਪੁਆਇੰਟਸ ਆਉਣ, ਕਿਉਂਕਿ ਜੇ ਤੁਹਾਡਾ ਪੂਰਾ ਰਿਟਨ ਟੈਕਸਟ ਕਲੀਅਰ ਹੈਗਾ, ਮਤਲਬ ਤੁਸੀਂ ਬਿਲਕੁਲ ਠੀਕ ਲਿਖਿਆ, ਤਾਂ +80 ਤੁਹਾਡੀ ਇਹਦੀ ਮਾਰਕਸ ਦੀ ਕੰਟਰੀਬਿਊਸ਼ਨ ਜਾਂਦੀ ਹੈ ਜਦੋਂ ਤੁਸੀਂ 90 'ਚੋਂ ਇਹਦੀ ਗੱਲ ਕਰਦੇ ਹੋ। ਤਾਂ 2 ਪੁਆਇੰਟਸ ਤੁਹਾਨੂੰ ਮਿਲਣਗੇ ਇਫ ਯੂ ਯੂਜ਼ ਦੀ ਕੰਟੈਕਸਟ ਐਪਰੋਪ੍ਰੀਏਟਲੀ। ਜੋ ਵੀ ਪੈਰਾਗ੍ਰਾਫ ਤੁਹਾਡੀ ਸਕਰੀਨ ਤੇ ਗਿਵਨ ਹੈ, ਅਗਰ ਤੁਸੀਂ ਉਹਨੂੰ ਬਿਲਕੁਲ ਐਪਰੋਪ੍ਰੀਏਟ ਲਿਖ ਰਹੇ ਹੋ, ਉਹਦਾ ਕੰਟੈਕਸਟ ਦੀ ਕੋਈ ਸੈਂਸ ਬਣ ਰਹੀ ਹੈ। ਕੰਟੈਕਸਟ ਮੀਨਸ ਅਗਰ ਤੁਸੀਂ 3 ਜਾਂ 4 ਲਾਈਨਸ ਯੂਜ਼ ਕੀਤੀਆਂ ਤਾਂ ਉਹ ਆਪਸ ਵਿੱਚ ਰਿਲੇਟ ਕਰ ਰਹੀਆਂ। ਅਗਰ ਤੁਸੀਂ ਫਸਟ ਲਾਈਨ ਲਿਖੀ ਹੈ ਤਾਂ ਉਹ ਸੈਕਿੰਡ ਲਾਈਨ ਦੇ ਨਾਲ ਰਿਲੇਟ ਕਰ ਰਹੀ ਹੈ ਔਰ ਬਿਲਕੁਲ ਉਹਨਾਂ ਦੀ ਕੋਈ ਸੈਂਸ ਬਣ ਰਹੀ ਹੈ। ਮਤਲਬ ਉਹ ਪੈਰਾਗ੍ਰਾਫ ਅਗਰ ਕੋਈ ਇੱਕ ਵਾਰ ਪੜ੍ਹ ਰਿਹਾ ਤਾਂ ਉਹਨੂੰ ਸਮਝ ਆ ਰਿਹਾ ਕਿ ਤੁਸੀਂ ਲਿਖਿਆ ਕਿਵੇਂ ਹੈ। ਤੇ ਇੱਕ ਪੁਆਇੰਟ ਤੁਹਾਨੂੰ ਤਾਂ ਮਿਲਦਾ ਹੈ ਕਿ ਅਗਰ ਤੁਸੀਂ ਵਰਡਸ ਤਾਂ ਯੂਜ਼ ਕਰ ਰਹੇ ਹੋ ਬਟ ਉਹ ਜ਼ਿਆਦਾ ਐਪਰੋਪ੍ਰੀਏਟ ਨਹੀਂ ਹੈਗੇ। ਮਤਲਬ ਜੇ ਤੁਸੀਂ ਉਸਨੂੰ ਪੜ੍ਹ ਰਹੇ ਹੋ ਤਾਂ ਤੁਹਾਨੂੰ ਸਮਝ ਆ ਰਿਹਾ ਕਿ ਉਹ ਐਕਚੁਅਲ 'ਚ ਤੁਸੀਂ ਕਹਿਣਾ ਕੀ ਚਾਹ ਰਹੇ ਹੋ ਪੈਰਾਗ੍ਰਾਫ ਦੇ ਵਿੱਚ, ਬਟ ਉਹ ਵਰਡਸ ਤੁਸੀਂ ਬਿਲਕੁਲ ਸਹੀ ਨਹੀਂ ਯੂਜ਼ ਕੀਤੇ। ਮਤਲਬ ਸਮਝ ਆ ਰਿਹਾ ਤੁਹਾਨੂੰ ਕਿ ਉਹ ਕੀ ਲਿਖਿਆ ਹੈ, ਕਿ ਉਹਦਾ ਕੀ ਕਨਕਲੂਜ਼ਨ ਲਿਖ ਰਿਹਾ, ਬਟ ਉਹਦੇ ਵਿੱਚ ਜਿਹੜੀ ਐਪਰੋਪ੍ਰੀਏਸ਼ਨ ਹੈ ਉਹ ਜ਼ਿਆਦਾ ਨਹੀਂ ਹੈਗੀ। ਤੇ 0 ਪੁਆਇੰਟਸ ਤਾਂ ਰਹਿਣਗੇ ਅਗਰ ਤੁਸੀਂ ਕੁਝ ਇੰਪੋਰਟੈਂਟ ਪੁਆਇੰਟਸ ਹੀ ਮਿਸ ਕਰਤੇ ਜਾਂ ਫਿਰ ਤੁਸੀਂ ਆਪਣੇ ਕੋਲੋਂ ਕੁਝ ਲਾਈਨਸ ਐਡ ਕਰਤੀਆਂ ਜੋ ਤੁਹਾਡੇ ਪੈਰਾਗ੍ਰਾਫ ਦੇ ਨਾਲ ਰਿਲੇਟਡ ਹੀ ਨਹੀਂ ਹੈਗੀਆਂ, ਤਾਂ ਉਸ ਕੇਸ 'ਚ ਤੁਹਾਨੂੰ 0 ਪੁਆਇੰਟਸ ਹੀ ਮਿਲਣਗੇ। ਇਨ ਕੇਸ ਅਗਰ ਤੁਸੀਂ ਇੱਕ ਮਿਸਟੇਕ ਕਰਤੀ ਤਾਂ ਤੁਹਾਡੇ 50% ਮਾਰਕਸ ਦੀ ਡਿਡਕਸ਼ਨ ਹੋਏਗੀ। ਅਗਰ ਤੁਸੀਂ ਬਿਲਕੁਲ ਠੀਕ ਲਿਖ ਰਹੇ ਹੋ ਤਾਂ 2 ਮਾਰਕਸ, ਅਗਰ ਤੁਹਾਡੀਆਂ 2 ਮਿਸਟੇਕਸ ਹੋ ਗਈਆਂ ਵੋਕੈਬਲਰੀ ਦੇ ਵਿੱਚ then you will get 0 points। second ਆਉਂਦਾ grammar। grammar ਕੀ ਹੈ? if you will get 2 points if there is no grammatical mistake। means grammatical mistake ਇੱਥੇ ਇਹ ਆਉਂਦੀ ਹੈ ਕਿ ਅਗਰ ਤੁਹਾਡਾ ਕੋਈ spelling error ਨਹੀਂ ਹੈਗਾ, ਅਗਰ ਤੁਹਾਡੇ spelling ਦੀ ਕੋਈ mistake ਨਹੀਂ ਹੈਗੀ, ਕੋਈ grammatical mistake ਨਹੀਂ ਹੈਗੀ, then you will get 2 points। and you will get 1 point if there is some grammatical mistakes but message is conveyed properly। it means
अगर तुहाडे कोई भी स्पैलिंग मिस्टेक नहीं है तो थानू 2 पॉइंट्स मिलणगे। अगर तुसी एक पॉइंट विच किते ग्रामर दी मिस्टेक होगी या तुहाडी कोई स्पैलिंग मिस्टेक होगी तो डायरैक्टली तुहाडे 50% मार्क्स दी डिडक्शन होएगी। सो तुसी जदों भी लिख रहे हो तो ग्रामर दा तुसी बहुत ध्यान रखना है कि स्पैलिंग च कोई मिस्टेक ना होए ते तुसी जेड़ा कॉमा या सैमी कॉलन यूज़ कर रहे हो वो बिल्कुल सही तरीके नाल यूज़ कर रहे हो। एंड you will get 0 points if there is a multiple grammatical errors and paragraph is not making any sense। अगर ਤੁਹਾਡੇ ਇੱਕ ਦੋ ਤੋਂ ਜ਼ਿਆਦਾ grammatical mistakes ਹੋ ਗਈਆਂ ਜਾਂ ਦੋ spelling mistakes ਹੋ ਗਈਆਂ ਤਾਂ ਤੁਹਾਡੇ grammar ਦੇ 0 points ਹੋਣਗੇ ਕਿਉਂਕਿ ਉਸ paragraph ਦੀ ਕੋਈ sense ਨਹੀਂ ਬਣ ਰਹੀ, ਉਹ ਇਸ ਚੀਜ਼ ਨੂੰ consider ਕਰੇਗਾ software। थर्ड आउंदा है फॉर्म। फॉर्म दे विच तुहानू एक नंबर किते नहीं मिलता। Either you will get 2 points or 0 points। You will get 2 points if the content is very well written in a single complete sentence। फॉर्म ਦਾ ਇੱਥੇ ਇਹੀ ਮਤਲਬ ਹੈ, ਸਮਰਾਈਜ਼ ਰਿਟਨ ਟੈਕਸਟ ਦਾ ਵੀ ਇਹੀ ਮੀਨਿੰਗ ਹੈ ਕਿ ਤੁਸੀਂ ਜੋ ਵੀ ਪੈਰਾਗ੍ਰਾਫ ਲਿਖਣਾ ਹੈ ਉਹ ਇੱਕ ਕੰਪਲੀਟ ਸੈਂਟੈਂਸ ਦੇ ਵਿੱਚ ਲਿਖਣਾ ਹੈ, ਵਿੱਚ ਤੁਸੀਂ ਕੋਈ ਫੁੱਲ ਸਟਾਪ ਨਹੀਂ ਯੂਜ਼ ਕਰ ਸਕਦੇ। ਸੋ ਅਗਰ ਤੁਸੀਂ ਕੋਈ ਫੁੱਲ ਸਟਾਪ ਨਹੀਂ ਯੂਜ਼ ਕੀਤਾ ਤਾਂ you will get 2 points। if you are using full stop in between the written text then you will get 0 points। ਸੋ ਇੱਥੇ 1 point ਦਾ ਕੋਈ ਚਾਂਸ ਨਹੀਂ ਹੈਗਾ। ਨੈਕਸਟ ਆਉਂਦਾ ਹੈ ਕੰਟੈਂਟ। ਕੰਟੈਂਟ ਮੀਨਸ ਜੋ ਵੀ ਪੈਰਾਗ੍ਰਾਫ ਤੁਹਾਡੀ ਸਕਰੀਨ ਤੇ ਗਿਵਨ ਹੈ ਉਸ ਦੇ ਵਿੱਚ ਤੁਹਾਨੂੰ ਜਿਹੜੀ ਡਿਵੀਜ਼ਨ ਹੋਏਗੀ ਪੁਆਇੰਟਸ ਦੀ ਉਹ 2 points 1 point ਐਂਡ 0 points। 2 points ਤੁਹਾਨੂੰ ਤਾਂ ਮਿਲਣਗੇ ਇਫ ਆਲ ਇੰਪੋਰਟੈਂਟ ਪੁਆਇੰਟਸ ਮੈਂਸ਼ਨਡ ਇਨ ਦਿਸ ਸਮਰੀ। ਜਿਹੜੇ ਵੀ ਉਹਨੇ ਇੰਪੋਰਟੈਂਟ ਪੁਆਇੰਟਸ ਲਿਖੇ ਨੇ ਜਾਂ ਕੋਈ ਡੇਟਸ ਨੇ ਜਾਂ ਕਿਸੇ ਕੰਟਰੀ ਦਾ ਨਾਮ ਹੈ, ਕਿਸੇ ਪਰਸਨ ਦਾ ਨਾਮ ਹੈ ਜਾਂ ਫਿਰ ਕੋਈ ਹੋਰ ਬਹੁਤ ਵਧੀਆ ਮੈਸੇਜ ਉਹ ਕਨਵੇ ਕਰ ਰਿਹਾ, ਅਗਰ ਉਹ ਸਾਰੇ ਪੁਆਇੰਟਸ ਤੁਸੀਂ ਕੰਸੀਡਰ ਕਰੋਗੇ ਤਾਂ ਤੁਹਾਨੂੰ 2 points ਮਿਲਣਗੇ ਸਮਰੀ ਦੇ ਵਿੱਚ। ਔਰ ਉਹ ਜੋ ਸਮਰੀ ਕੰਸੀਡਰ ਹੋਏਗੀ ਉਹ ਐਜ਼ ਅ ਗੁੱਡ ਸਮਰੀ ਕੰਸੀਡਰ ਹੋਏਗੀ। and you will get 1 point if most of the points are mentioned in this summary। means ਉਹਦੇ ਵਿੱਚ ਕੁਝ points ਤਾਂ ਤੁਸੀਂ mention ਕਰਤੇ but ਸਾਰੇ important points mention ਨਹੀਂ ਕੀਤੇ ਤਾਂ ਉਹ ਤੁਹਾਡਾ 1 point consider ਹੋਏਗਾ। and you will get 0 points if only few points are mentioned। ਅਗਰ ਤੁਸੀਂ summary ਲਿਖੀ ਹੈ, ਤੁਹਾਡੇ ਪੈਰਾਗ੍ਰਾਫ ਜੋ ਤੁਹਾਡੀ ਸਕਰੀਨ ਤੇ ਗਿਵਨ ਹੈ ਉਸੀ ਦੇ ਅਕੋਰਡਿੰਗ ਲਿਖੀ ਹੈ ਬਟ ਤੁਸੀਂ ਸਾਰੇ ਪੁਆਇੰਟਸ ਨਹੀਂ ਮਿਸ ਕੀਤੇ ਜਾਂ ਤੁਹਾਡਾ ਕੋਈ ਕੰਟੈਕਸਟ ਦੀ ਕੋਈ ਸੈਂਸ ਨਹੀਂ ਬਣ ਰਹੀ ਹੈ ਤਾਂ ਤੁਹਾਡੇ ਜਿਹੜੇ ਪੁਆਇੰਟਸ ਹੋਣਗੇ ਉਹ 0 points ਹੋਣਗੇ। if you will get 2 points then it is a good summary। if you will get 1 point then it is a fair summary। and if you will get 0 points then it is a poor summary। means ਇਹਦੀ ਜਿਹੜੀ ਕੰਸੀਡਰੇਸ਼ਨ ਹੈ ਉਹ ਇਸ ਤਰ੍ਹਾਂ ਨਾਲ ਕੰਸੀਡਰ ਹੋਏਗੀ। ਤੇ ਇਹਦੇ ਵਿੱਚ ਇੱਕ ਤੁਸੀਂ ਪੁਆਇੰਟ ਯਾਦ ਰੱਖਣਾ ਹੈ ਕਿ you will get 10 minutes to write a summary। ਜਦੋਂ ਵੀ ਇਸ ਟਾਸਕ ਤੁਹਾਡਾ ਸਪੀਕਿੰਗ ਮੋਡਿਊਲ ਖਤਮ ਹੋਏਗਾ ਤੁਹਾਡੀ ਸਕਰੀਨ ਤੇ ਜਿਹੜਾ ਨੈਕਸਟ ਟਾਸਕ ਆਏਗਾ ਉਹ ਸਮਰਾਈਜ਼ ਰਿਟਨ ਟੈਕਸਟ ਆਏਗਾ ਐਂਡ you will get 10 minutes to write a summary। ਉਸੇ ਟਾਈਮ ਜਦੋਂ ਸਮਰੀ ਸਕਰੀਨ ਤੇ ਆ ਗਈ ਤੁਹਾਡੀ ਸਕਰੀਨ ਤੇ ਰਾਈਟ ਹੈਂਡ ਸਾਈਡ ਤੇ ਟਾਈਮਰ ਸਟਾਰਟ ਹੋ ਜਾਏਗਾ ਤੇ ਵਿਦਿਨ 10 minutes ਤੁਸੀਂ ਉਸ ਸਮਰੀ ਨੂੰ ਕੰਪਲੀਟ ਕਰਨਾ ਹੈ। ਤੇ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ ਕਿ ਜਿਹੜੀ ਵਰਡ ਲਿਮਿਟ ਹੋਣੀ ਚਾਹੀਦੀ ਹੈ ਉਹ 50 to 70 ਵਰਡਸ ਦੀ ਹੋਣੀ ਚਾਹੀਦੀ ਹੈ। ਤੁਸੀਂ 50 words ਤੋਂ ਨੀਚੇ ਅਗਰ ਲਿਖੋਗੇ ਤਾਂ ਵੀ ਤੁਹਾਡੇ 0 ਨੰਬਰ ਹੋਣਗੇ। if your words are exceeded from 70 words then you will also get 0 points। ਇਹ ਚੀਜ਼ ਦਾ ਤੁਸੀਂ ਬਹੁਤ ਧਿਆਨ ਰੱਖਣਾ ਹੈ ਕਿ ਇਹ ਦੋਨੋਂ ਪੁਆਇੰਟਸ 10 ਮਿੰਟਸ ਦੇ ਵਿੱਚ ਹੀ ਸਮਰੀ ਨੂੰ ਕੰਪਲੀਟ ਕਰਨਾ ਹੈ। ਅਗਰ ਤੁਸੀਂ ਪਹਿਲਾਂ ਉਹਨੂੰ ਕੰਪਲੀਟ ਕਰ ਲਿਆ ਫਿਰ ਤੁਸੀਂ ਨੈਕਸਟ ਬਟਨ ਤੇ ਕਲਿੱਕ ਕਰਤਾ ਤਾਂ ਉਹ ਟਾਈਮ ਪੀਰੀਅਡ ਤੁਹਾਡਾ ਕਿਤੇ ਐਡ ਨਹੀਂ ਹੋਣਾ ਨੈਕਸਟ ਸੈਕਸ਼ਨਸ ਦੇ ਵਿੱਚ। ਸੋ ਮੇਕ ਸ਼ੋਰ ਕਿ ਤੁਸੀਂ 10 ਮਿੰਟਸ ਦੇ ਵਿੱਚ ਉਹਨੂੰ ਰੀਚੈਕ ਵੀ ਕਰਨਾ ਹੈ ਐਂਡ ਵਰਡ ਲਿਮਿਟਸ ਦਾ ਬਿਲਕੁਲ ਧਿਆਨ ਰੱਖਣਾ ਹੈ। ਇਨ ਕੇਸ ਤੁਹਾਡੇ 49 ਵਰਡਸ ਵੀ ਰਹਿ ਗਏ ਤਾਂ ਵੀ ਤੁਹਾਨੂੰ ਕੋਈ ਮਾਰਕਸ ਨਹੀਂ ਮਿਲਣਾ। ਅਗਰ ਤੁਹਾਡੇ 71 ਵੀ ਹੋ ਗਏ ਤਾਂ ਵੀ ਤੁਸੀਂ ਮਤਲਬ ਕੋਈ ਨੰਬਰ ਨਹੀਂ ਤੁਹਾਨੂੰ ਮਿਲੇਗਾ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਅੱਜ ਦੇ ਲੈਕਚਰ ਲਈ ਸਿਰਫ ਇੰਨਾ ਹੀ ਸੀ। ਅੱਗੇ ਮੈਂ ਡਿਸਕਸ ਕਰਾਂਗੀ ਕਿ ਤੁਸੀਂ ਸਮਰੀ ਲਿਖਣੀ ਕਿਵੇਂ ਹੈ, ਮਤਲਬ ਕਿਹੜੀਆਂ ਤੁਸੀਂ ਗ੍ਰਾਮਰਸ ਯੂਜ਼ ਕਰ ਸਕਦੇ ਹੋ ਤੇ ਗ੍ਰਾਮਰ ਯੂਜ਼ ਕਿਵੇਂ ਕਰਨੀ ਹੈ। ਇਨ ਕੇਸ ਤੁਹਾਨੂੰ ਹੋਰ ਡਾਊਟਸ ਨੇ ਇਸ ਟੌਪਿਕ ਦੇ ਵਿੱਚ ਜਾਂ ਤੁਸੀਂ ਕੁਝ ਹੋਰ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਤੇ ਅਗਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਤੇ ਪ੍ਰੈਸ ਕਰ ਦਿਓ। ਤੇ ਅੱਗੇ ਮੈਂ ਨੈਕਸਟ ਆਪਣਾ ਲੈਕਚਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੀ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।